ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਅਸਲਾਮੁ ਅਲੈਕਮ। ਜੀ ਆਇਆਂ ਨੂੰ ਰੈਕਸ ਕਿਚਨ ਵਿੱਚ ਸਾਰੇ ਦੋਸਤਾਂ ਨੂੰ ਖੁਸ਼ ਆਮਦੀਦ। ਰੈਕਸ ਕਿਚਨ ਵਿੱਚ ਅੱਜ ਅਸੀਂ ਬਣਾ ਰਹੇ ਹਾਂ ਬੇਸਣ ਦਾ ਹਲਵਾ। ਇਸ ਬੇਸਣ ਵਿੱਚ ਅਸੀਂ ਅੰਡੇ ਔਰ ਦੁੱਧ ਪਾਵਾਂਗੇ। ਅੰਡੇ ਔਰ ਦੁੱਧ ਪਾ ਕੇ ਹਲਵਾ ਬਣਾਵਾਂਗੇ। ਬੜਾ ਮੁਖਤਲਿਫ ਤਰੀਕਾ ਹੈ ਬੇਸਣ ਦਾ ਹਲਵਾ ਬਣਾਉਣ ਦਾ, ਔਰ ਇਸ ਤਰੀਕੇ ਨਾਲ ਬਣਾਇਆ ਹੋਇਆ ਹਲਵਾ ਬਹੁਤ ਹੀ ਮਜ਼ੇਦਾਰ ਬਣਦਾ ਹੈ। ਤੁਸੀਂ ਜ਼ਰੂਰ ਇੱਕ ਦਫਾ ਟਰਾਈ ਕਰਨਾ, ਇਨਸ਼ਾਅੱਲਾ ਤੁਹਾਨੂੰ ਵੀ ਬੜਾ ਪਸੰਦ ਆਏਗਾ। ਤੇ ਆਓ ਫਿਰ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲੇ ਅਸੀਂ ਤਕਰੀਬਨ 200 ਗ੍ਰਾਮ ਬੇਸਣ ਲੈ ਲੈਂਦੇ ਹਾਂ। ਉਹਨੂੰ ਇੱਕ ਬਾਉਲ 'ਚ ਪਾ ਕੇ ਅਤੇ ਉਹਦੇ ਵਿੱਚ ਥੋੜ੍ਹਾ ਥੋੜ੍ਹਾ ਕਰਕੇ ਦੁੱਧ ਮਿਕਸ ਕਰਕੇ ਅਤੇ ਉਹਨੂੰ ਹਿਲਾਈ ਜਾਵਾਂਗੇ। ਥੋੜ੍ਹਾ ਥੋੜ੍ਹਾ ਦੁੱਧ ਪਾਈ ਜਾਣਾ ਅਤੇ ਉਹਨੂੰ ਹਿਲਾਈ ਜਾਣਾ ਔਰ ਅੱਛੀ ਤਰ੍ਹਾਂ ਬੇਸਣ ਦਾ ਇੱਕ ਪੇਸਟ ਬਣਾ ਲੈਣਾ। ਇਹਨੂੰ ਅੱਛੀ ਤਰ੍ਹਾਂ ਹਿਲਾਉਣਾ ਹੈ ਤਾਂ ਕਿ ਇਹਦੇ ਵਿੱਚ ਕੋਈ ਗਿਲਟੀ ਵਗੈਰਾ ਬਿਲਕੁਲ ਨਾ ਰਹਿ ਜਾਏ। ਇਹ ਦੇਖੋ ਬਿਹਤਰੀਨ ਕਿਸਮ ਦਾ ਪੇਸਟ ਬਣ ਗਿਆ ਹੈ। ਹੁਣ ਅਸੀਂ ਕੜਾਹੀ ਦੇ ਵਿੱਚ ਤਕਰੀਬਨ 200 ਗ੍ਰਾਮ ਦੇਸੀ ਘਿਓ ਪਾ ਰਹੇ ਹਾਂ। ਘਿਓ ਇਹਦੇ 'ਚ ਜ਼ਿਆਦਾ ਪੈਣਾ ਹੈ, ਯਾਨੀ 200 ਗ੍ਰਾਮ ਘਿਓ ਪਾ ਕੇ ਉਹਨੂੰ ਗਰਮ ਨਹੀਂ ਕਰਨਾ। ਉਹਦੇ ਵਿੱਚ ਅਸੀਂ ਜਿਹੜਾ ਬੇਸਣ ਦਾ ਪੇਸਟ ਬਣਾਇਆ ਸੀ ਉਹ ਸ਼ਾਮਿਲ ਕਰਨਾ ਹੈ। ਸਾਡੇ ਬਾਉਲ ਵਿੱਚ ਥੋੜ੍ਹਾ ਜਿਹਾ ਬੇਸਣ ਦਾ ਪੇਸਟ ਲੱਗਿਆ ਰਹਿ ਗਿਆ। ਇਹਦੇ ਵਿੱਚ ਅਸੀਂ ਥੋੜ੍ਹਾ ਜਿਹਾ ਦੁੱਧ ਸ਼ਾਮਿਲ ਕਰਕੇ ਤੇ ਅੱਛੀ ਤਰ੍ਹਾਂ ਹਿਲਾ ਕੇ ਇਹ ਸਾਰਾ ਪੇਸਟ ਜਿਹੜਾ ਇਹ ਸਾਰਾ ਬੇਸਣ ਇਹ ਵੀ ਵਿੱਚ ਸ਼ਾਮਿਲ ਕਰ ਦਿੰਦੇ ਹਾਂ। ਹੁਣ ਤੁਸੀਂ ਚੁੱਲ੍ਹਾ ਆਨ ਕਰੋ ਅਤੇ ਇਹਨੂੰ ਹਿਲਾਉਣਾ ਸ਼ੁਰੂ ਕਰੋ। ਇੱਕ ਬਹੁਤ ਖਿਆਲ ਰੱਖਣ ਵਾਲੀ ਗੱਲ ਹੈ ਕਿ ਤੁਸੀਂ ਅੱਗ ਬਹੁਤ ਹਲਕੀ ਰੱਖਣੀ ਹੈ, ਅੱਗ ਨੂੰ ਬਿਲਕੁਲ ਤੇਜ਼ ਨਹੀਂ ਕਰਨਾ। ਅਤੇ ਦੂਸਰਾ ਹੈ ਕਿ ਇਹਨੂੰ ਮੁਸਲਸਲ ਹਿਲਾਉਂਦੇ ਰਹਿਣਾ ਹੈ, ਵਰਨਾ ਬੇਸਣ ਸੜ ਜਾਏਗਾ, ਵਿੱਚ ਗਿਲਟੀਆਂ ਬਣ ਜਾਣਗੀਆਂ, ਰੰਗ ਖਰਾਬ ਹੋ ਜਾਏਗਾ, ਜਿਹੜਾ ਕਿ ਬਿਲਕੁਲ ਅੱਛਾ ਨਹੀਂ ਲੱਗੇਗਾ। ਹਲਕੀ ਅੱਗ 'ਤੇ ਆਹਿਸਤਾ ਆਹਿਸਤਾ ਇਹਨੂੰ ਪਕਾਉਣਾ ਹੈ ਅਤੇ ਮੁਸਲਸਲ ਹਿਲਾਈ ਜਾਣਾ ਹੈ। ਹੁਣ ਅਸੀਂ ਥੋੜ੍ਹੀ ਦੇਰ ਚੁੱਲ੍ਹਾ ਬੰਦ ਕਰਕੇ ਅਤੇ ਦੂਸਰੀ ਸਾਈਡ 'ਤੇ ਇੱਕ ਬਾਉਲ ਵਿੱਚ 200 ਗ੍ਰਾਮ ਚੀਨੀ ਬਾਰੀਕ ਪੀਸ ਕੇ ਪਾ ਲੈਂਦੇ ਹਾਂ।
ਤੇ ਉਹਦੇ ਵਿੱਚ 3 ਅੰਡੇ ਸ਼ਾਮਲ ਕਰਦੇ ਹਾਂ। ਚੀਨੀ ਔਰ ਅੰਡਿਆਂ ਨੂੰ ਅੱਛੀ ਤਰ੍ਹਾਂ ਮਿਕਸ ਕਰ ਲਓ। ਮਿਕਸ ਕਰਕੇ ਇਹਦਾ ਪੇਸਟ ਬਣਾ ਕੇ ਅਲੱਗ ਰੱਖ ਲਓ। ਤੇ ਚੁੱਲ੍ਹੇ ਨੂੰ ਦੁਬਾਰਾ ਆਨ ਕਰਕੇ ਤੇ ਬੇਸਣ ਨੂੰ ਮਜ਼ੀਦ ਭੁੰਨਣਾ ਸ਼ੁਰੂ ਕਰੋ। ਅੱਛੀ ਤਰ੍ਹਾਂ ਹਿਲਾਈ ਜਾਓ, ਬੇਸਣ ਨੂੰ ਥੱਲੇ ਨਾ ਲੱਗੇ, ਬਹੁਤ ਖਿਆਲ ਰੱਖਣਾ ਹੈ, ਕਿਉਂਕਿ ਅਗਰ ਬੇਸਣ ਥੱਲੇ ਸੜ ਗਿਆ ਤਾਂ ਉਹਦਾ ਜ਼ਾਇਕਾ ਵੀ ਖ਼ਰਾਬ ਹੋ ਜਾਏਗਾ ਤੇ ਉਹਦਾ ਰੰਗ ਵੀ ਖ਼ਰਾਬ ਹੋ ਜਾਏਗਾ ਤੇ ਬਿਲਕੁਲ ਅੱਛਾ ਨਹੀਂ ਬਣੇਗਾ ਹਲਵਾ ਸਾਡਾ। ਸਾਡੇ ਬੇਸਣ ਨੇ ਦੇਖੋ ਹੁਣ ਭੁੱਜ ਕੇ ਘਿਓ ਛੱਡਣਾ ਸ਼ੁਰੂ ਕਰ ਦਿੱਤਾ ਹੈ। ਬੇਸਣ ਦੀ ਭੁਨਾਈ ਤਕਰੀਬਨ ਮੁਕੰਮਲ ਹੋ ਗਈ ਹੈ। ਹੁਣ ਅਸੀਂ ਇਹਦੇ ਵਿੱਚ ਬਿਲਕੁਲ ਥੋੜ੍ਹੀ ਜਿਹੀ ਇਲਾਇਚੀ ਪਾਊਡਰ ਸ਼ਾਮਲ ਕਰ ਲੈਂਦੇ ਹਾਂ ਖੁਸ਼ਬੂ ਵਾਸਤੇ, ਤਕਰੀਬਨ ਚਮਚੀ ਦਾ ਚੌਥਾ ਹਿੱਸਾ ਇਲਾਇਚੀ ਸ਼ਾਮਲ ਕਰਕੇ ਤੁਸੀਂ ਥੋੜ੍ਹਾ ਜਿਹਾ ਇਹਨੂੰ ਅੱਛੀ ਤਰ੍ਹਾਂ ਹਿਲਾ ਲਓ। ਤੇ ਹੁਣ ਅਸੀਂ ਚੀਨੀ ਔਰ ਅੰਡੇ ਦਾ ਪੇਸਟ ਜਿਹੜਾ ਬਣਾਇਆ ਸੀ ਉਹ ਥੋੜ੍ਹਾ ਥੋੜ੍ਹਾ ਕਰਕੇ ਸ਼ਾਮਲ ਕਰਨਾ ਹੈ। ਥੋੜ੍ਹਾ ਥੋੜ੍ਹਾ ਸ਼ਾਮਲ ਕਰੀ ਜਾਓ ਤੇ ਇਹਨੂੰ ਨਾਲ ਦੀ ਨਾਲ ਹਿਲਾਈ ਜਾਓ। ਐਸਾ ਐਸਾ ਕਰਕੇ ਸਾਰੀ ਚੀਨੀ ਦਾ ਪੇਸਟ ਬਣਾਇਆ ਹੋਇਆ ਅਸੀਂ ਇਹਦੇ ਵਿੱਚ ਸ਼ਾਮਲ ਕਰ ਦਿਆਂਗੇ। ਤੇ ਹੁਣ ਅਸੀਂ ਇਹਨੂੰ ਤੇਜ਼ੀ ਨਾਲ ਜ਼ਰਾ ਹਿਲਾ ਦੇਣਾ ਹੈ, ਕਿਉਂਕਿ ਅਗਰ ਅਸੀਂ ਹਿਲਾਵਾਂਗੇ ਨਹੀਂ ਤਾਂ ਫਿਰ ਇੱਕ ਜਗ੍ਹਾ 'ਤੇ ਇਕੱਠਾ ਹੋ ਜਾਏਗਾ ਬੇਸਣ ਔਰ ਇਹ ਚੀਨੀ ਦਾ ਜਿਹੜਾ ਮਿਕਸਰ ਹੈ। ਇਹਦਾ ਅੱਛੀ ਤਰ੍ਹਾਂ ਮਿਕਸ ਕਰਨਾ ਬਹੁਤ ਜ਼ਰੂਰੀ ਹੈ। ਅੱਗ ਨੂੰ ਹਲਕੀ ਹੀ ਰਹਿਣ ਦੇਣਾ ਹੈ। ਇਸ ਤਰ੍ਹਾਂ ਅੱਛੀ ਤਰ੍ਹਾਂ ਇਹਨੂੰ ਭੁੰਨਦੇ ਜਾਓ। ਅੰਡੇ ਔਰ ਚੀਨੀ ਦਾ ਪੇਸਟ ਪਾ ਕੇ ਕੋਈ 4-5 ਮਿੰਟ ਅਸੀਂ ਇਹਨੂੰ ਭੁੰਨਣਾ ਹੈ ਇਸ ਤਰ੍ਹਾਂ। ਇਹ ਦੇਖੋ ਐਸਾ ਐਸਾ ਹੁਣ ਇਹਨੇ ਦੁਬਾਰਾ ਘਿਓ ਛੱਡਣਾ ਸ਼ੁਰੂ ਕਰ ਦਿੱਤਾ ਹੈ, ਬਰਤਨ ਨਾਲੋਂ ਅਲੱਗਾ ਹੋਣਾ ਸ਼ੁਰੂ ਹੋ ਗਿਆ। ਬਰਤਨਾਂ ਦੇਖੋ ਬਿਲਕੁਲ ਨਹੀਂ ਬਰਤਨ ਨਾਲ ਲੱਗ ਰਿਹਾ। ਔਰ ਸਾਡਾ ਹਲਵਾ ਬਿਲਕੁਲ ਪੁਰਪਰਾ ਜਿਹਾ ਬਣ ਗਿਆ, ਤਿਆਰ ਹੋ ਗਿਆ। ਹੁਣ ਅਸੀਂ ਇਹਦੇ ਵਿੱਚ ਥੋੜ੍ਹੀ ਜਿਹੀ ਕਿਸ਼ਮਿਸ਼ ਪਾ ਲੈਂਦੇ ਹਾਂ। ਥੋੜ੍ਹੇ ਜਿਹੇ ਬਦਾਮ ਅਸੀਂ ਭੇਂ ਕੇ ਰੱਖੇ ਸੀ, ਉਹਨਾਂ ਨੂੰ ਛਿੱਲ ਕੇ ਪਾ ਲਓ।
ਵੀਡੀਓ ਦੇਖਣ ਦਾ ਬਹੁਤ ਸ਼ੁਕਰੀਆ। अस्सलाम वालेकुम।